ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 12ਵੀਂ ਤੇ ਪਦ ਪੰਜਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂ ਬਹੂ ਸਮਝ ਸਕੇ। ਜਿੰਨੀ ਅਪਾਰ ਕਿਰਪਾ ਸਾਹਿਬ ਕਰਦੇ ਹਨ, ਓਨੀ ਹੀ ਦਾਸ ਸਮਝਦਾ ਹੈ। ਓਨੀ ਕਿਰਪਾ ਦੇ ਨਾਲ ਹੀ ਪ੍ਰਾਣੀ ਬੋਲਦਾ ਹੈ, ਸੁਣਦਾ ਹੈ ਅਤੇ ਵਿਚਾਰ ਕਰਦਾ ਹੈ। ਸੁਖਮਣੀ ਸਾਹਿਬ ਇਨਸਾਨ ਨੂੰ ਭਵਜਲ 'ਚੋਂ ਪਾਰ ਕੱਢਣ ਦੇ ਲਈ ਇੱਕ ਸਹਾਰਾ ਹੈ, ਇੱਕ ਨਈਆ ਹੈ ਜੋ ਮਾਇਆ ਦੇ ਜੰਜਾਲ ਦੇ ਵਿੱਚੋਂ ਪ੍ਰਾਣੀ ਨੂੰ ਭਲੀ ਭਾਂਤ ਆਜ਼ਾਦ ਕਰਵਾ ਸਕਦੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਐਵਰੇਜ ਤੌਰ ਉੱਤੇ ਇਨਸਾਨ ਨੂੰ 24 ਘੰਟਿਆਂ ਦੇ ਵਿੱਚ 24,000 ਸਵਾਸ ਆਉਂਦੇ ਹਨ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਉੱਤੇ ਕਿਰਪਾ ਕੀਤੀ ਹੈ ਕਿ 24 ਘੰਟੇ ਦਿਨ ਰਾਤ ਪਲ ਪਲ ਛਿਨ ਛਿਨ ਉਹਦੇ ਸਾਰੇ ਸਵਾਸ ਆ ਜਿਹੜੇ ਅਰਥ ਭਰਪੂਰ ਹੋ ਜਾਣ ਅਤੇ ਉਹਨੂੰ ਜਿਉਂਦਿਆਂ ਨੂੰ ਹੀ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਹ ਆਨੰਦ ਪ੍ਰਾਪਤ ਹੋ ਜਾਵੇ ਜਿਹਨੂੰ ਦੇਵਤਾ ਜਨ ਲੋਚਦੇ ਫਿਰਦੇ ਹਨ। ਹਰ ਸਵਾਸ ਨਾਲ ਪ੍ਰਭੂ ਨੂੰ ਧਿਆਵੇ। ਸਵਾਸ 24,000 ਸਵਾਸ ਸਫਲੇ ਹੋ ਸਕਦੇ ਹਨ। 24 ਅਸ਼ਟਪਦੀਆਂ, 24,000 ਅੱਖਰ, 24 ਘੰਟੇ, 8 ਪਹਿਰ ਜਾਣੀ ਕਿ 8 ਪਦਾਂ ਨੂੰ ਦਰਸਾਉਂਦੇ ਹਨ। ਇੱਕ ਪਦ ਹੈ ਜਿਹੜਾ ਉਹ ਤਕਰੀਬਨ 3 ਘੰਟਿਆਂ ਨੂੰ ਰੀਪ੍ਰਜੈਂਟ ਕਰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਇਸ ਅਸ਼ਟਪਦੀ ਦੇ ਵਿੱਚ ਇਨਸਾਨ ਦੀ ਮੈਂ ਦਾ ਜ਼ਿਕਰ ਕਰਦੇ ਹਨ। ਈਗੋ ਦਾ, ਸੈਲਫ ਦਾ, ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਇਨਸਾਨ ਦੀ ਇਸ ਧਰਤੀ ਉੱਤੇ ਕਿ ਮੈਂ ਜੋ ਕੁਝ ਕਰਦਾ ਹਾਂ ਮੈਂ ਹੀ ਕਰਦਾ ਹਾਂ। ਲਾਲਚ, ਪ੍ਰਾਈਡ, ਦਰਅਸਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਦੇ ਵਿੱਚ ਜਿਹੜਾ ਪ੍ਰਾਈਡ ਹੈ ਅਤੇ ਗਰੀਡ ਹੈ, ਦੋਨੇ ਮੈਂ ਨੂੰ ਭੜਕਾਉਂਦੇ ਹਨ, ਹੋਰ ਉੱਚਾ ਕਰਦੇ ਹਨ। ਜਿੰਨਾ ਉਹ ਉੱਚਾ ਕਰਦੇ ਹਨ ਇਹਨਾਂ ਦੋਨਾਂ ਤੱਤਾਂ ਨੂੰ, ਓਨਾ ਹੀ ਇਨਸਾਨ ਪ੍ਰਭੂ ਦੇ ਚਰਨਾਂ ਤੋਂ ਦੂਰ ਜਾਂਦਾ ਹੈ। ਸਬਰ ਸੰਤੋਖ ਨਹੀਂ ਹੈ, ਭਟਕਣਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜਾ ਸੈਂਕੜੇ ਕਮਾਉਂਦਾ ਹੈ ਉਹ ਹਜ਼ਾਰਾਂ ਵੱਲ ਜਾਂਦਾ ਹੈ, ਹਜ਼ਾਰਾਂ ਵਾਲਾ ਲੱਖਾਂ ਵੱਲ ਜਾਂਦਾ ਹੈ, ਲੱਖਾਂ ਵਾਲਾ ਕਰੋੜਾਂ ਨੂੰ, ਅਰਬਾਂ ਨੂੰ, ਖਰਬਾਂ ਨੂੰ, ਅਤੇ ਇੱਕ ਸਮਾਂ ਆ ਜਾਂਦਾ ਹੈ ਸਿਕੰਦਰ ਬਾਦਸ਼ਾਹ ਦੀ ਤਰ੍ਹਾਂ ਕਿ ਹੁਣ ਸਾਰੀ ਦੁਨੀਆ ਹੀ ਮੇਰੀ ਹੋ ਜਾਵੇ। ਸਾਹਸ ਖੱਟੇ ਲੱਖ ਕੋ ਉੱਟ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ। ਇਨਸਾਨ ਦਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ। ਹਜ਼ਾਰਾਂ ਕਮਾਉਣ ਵਾਲਾ ਲੱਖਾਂ ਕਮਾਉਣ ਦੇ ਲਈ ਦੌੜਦਾ ਹੈ, ਪਿੱਛੇ ਨਹੀਂ ਦੇਖਦਾ।
ਆਪ ਤੋਂ ਘੱਟ ਕਮਾਉਣ ਵਾਲਿਆਂ ਬਾਰੇ ਕੋਈ ਨਹੀਂ ਦੇਖਦਾ। ਆਪ ਤੋਂ ਘੱਟ ਰੋਟੀ ਖਾਣ ਵਾਲਿਆਂ ਨੂੰ ਕੋਈ ਤੱਕਦਾ ਨਹੀਂ ਹੈ। ਹਮੇਸ਼ਾ ਇਨਸਾਨ ਦਾ ਜਿਹੜਾ ਮਨ ਹੈ ਉੱਚੇ ਵੱਲ ਨੂੰ ਦੌੜਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਮਝਾਉਂਦੀ ਹੈ ਕਿ ਤੈਨੂੰ ਉਲਟ ਹੀ ਹੋਣਾ ਪਵੇਗਾ। ਮਨ ਜਿੰਨਾ ਨੀਵੇਂ ਵੱਲ ਨੂੰ ਜਾਵੇਗਾ ਓਨੀ ਸ਼ਾਂਤੀ ਆਵੇਗੀ। ਜਿੰਨਾ ਉੱਚੀਆਂ ਅਡਾਨਾਂ ਵੱਲ ਭੜਕੇਗਾ ਓਨਾ ਸੰਤਾਪ ਹੰਢਾਇਆ ਜਾਵੇਗਾ। ਤੂੰ ਅੱਜ ਲੱਖਾਂ ਕਮਾਉਣਾ ਹੈ, ਅਰਬਾਂ ਕਮਾਵੇਂਗਾ, ਕਰੋੜਾਂ ਅਰਬਾਂ ਖਰਬਾਂ, ਇਹਦੇ ਵਿੱਚ ਕਿਤੇ ਵੀ ਤੈਨੂੰ ਸਬਰ ਨਹੀਂ ਆਉਣਾ। ਸੱਚੇ ਪਾਤਸ਼ਾਹ ਮਿਹਰ ਕਰਦੇ ਆ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ। ਪਬੀਹਾ ਜਿਹੜਾ ਆਪਣੇ ਪਿਆਰੇ ਦੀ ਅਰਾਧਨਾ ਕਰਦਾ ਹੈ ਕਿ ਮੈਨੂੰ ਜੇ ਉਹ ਸਵਾਰਥ ਬੁਗੁਦ ਪ੍ਰਾਪਤ ਹੋ ਜਾਵੇ ਤਾਂ ਮੇਰਾ ਜਿਹੜਾ ਜਨਮ ਹੈ ਸਫਲਾ ਹੋ ਜਾਵੇ। ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਹੈ। ਅਕਸਰ ਪ੍ਰਭੂ ਦੀ ਕਿਰਪਾ ਦੇ ਨਾਲ ਉਹਦੇ ਮਗਜ ਨੂੰ ਜਦੋਂ ਉਹ ਬੂੰਦ ਛੂਹਦੀ ਹੈ ਤਾਂ ਉਹਦੇ ਮਨ ਦੇ ਕਵਾੜ ਖੁੱਲ੍ਹ ਜਾਂਦੇ ਹਨ। ਉਹਨੂੰ ਇਲਾਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤ੍ਰਿਪਤ ਆ ਜਾਂਦੀ ਹੈ, ਜਿਹੜੀ ਇਨਸਾਨ ਨੂੰ ਖਰਬਾਂ ਬਿਲੀਅਨ ਜਿਲੀਅਨ ਤੋਂ ਵੀ ਨਹੀਂ ਆਉਂਦੀ। ਅਨੇਕ ਭੋਗ ਵਿਖਿਆ ਕੇ ਕਰੇ, ਨਾ ਤ੍ਰਿਪਤਾਵੈ ਖੱਪ ਖੱਪ ਮਰੇ। ਮਾਇਆ ਦਾ ਜਿਹੜਾ ਖਲਾ ਹੈ, ਦਿਖਾਵਾ ਉਹ ਪ੍ਰਾਣੀ ਕਰਦਾ ਹੈ। ਦੂਸਰੇ ਪ੍ਰਾਣੀਆਂ ਨੂੰ ਦੱਸਣ ਦੇ ਲਈ ਕਿ ਮੈਂ ਜੇਤੂ ਹਾਂ, ਤੁਹਾਡੇ ਨਾਲੋਂ ਮੇਰੇ ਕੋਲ ਧਨ ਜ਼ਿਆਦਾ ਹੈ, ਤੁਹਾਡੇ ਕੋਲ ਘੱਟ ਹੈ, ਅਤੇ ਇਸ ਤਰ੍ਹਾਂ ਦੀਆਂ ਤਰਕੀਬਾਂ ਲੱਭਦਾ ਹੈ ਕਿ ਉਹਨਾਂ ਨੂੰ ਯਕੀਨ ਹੋ ਜਾਵੇ ਕਿ ਮੈਂ ਅਮੀਰ ਹਾਂ। ਬਹੁਤ ਵੱਡੀਆਂ ਵੱਡੀਆਂ ਭੀੜਾਂ ਜੋੜਦਾ ਹੈ। ਵਿਆਹ ਸ਼ਾਦੀ, ਆਪਣੇ ਬੱਚਿਆਂ ਦੇ ਵਿਆਹ ਦਾ ਬਹਾਨਾ ਲਾ ਕੇ, ਆਪਣੇ ਵਿਆਹਾਂ ਦੀਆਂ ਐਨਵਰਸਰੀਆਂ ਦਾ ਬਹਾਨਾ ਲਾ ਕੇ, ਕੋਈ ਵੀ ਤਰੀਕਾ ਨਹੀਂ ਹੱਥੋਂ ਜਾਣ ਦਿੰਦਾ ਜਿਹਦੇ ਨਾਲ ਉਹਦਾ ਵੱਡੇ ਹੋਣ ਦਾ ਪ੍ਰਚਾਰ ਨਾ ਹੋਵੇ। ਫਿਰ ਅਨੇਕ ਕਿਸਮ ਦੇ ਭੋਜਨ ਬਣਾਉਂਦਾ ਹੈ ਜਿਹਦੇ ਵਿੱਚੋਂ ਬਹੁਤ ਸਾਰੇ ਵੇਸਟ ਹੋ ਜਾਂਦੇ ਹਨ, ਕਿਸੇ ਦੇ ਕੰਮ ਵੀ ਨਹੀਂ ਆਉਂਦੇ, ਗੱਡਿਆਂ ਦੇ ਗੱਡੇ ਸੁੱਟੇ ਜਾਂਦੇ ਹਨ। ਇਹ ਇੱਕ ਉਹਦਾ ਆਪਣੇ ਆਪ ਨੂੰ ਦਿਖਾਉਣ ਦਾ ਢੰਗ ਤਰੀਕਾ ਹੈ ਪ੍ਰਾਣੀ ਦਾ। ਸ਼ਾਂਤੀ ਲੱਭਦਾ ਫਿਰਦਾ ਹੈ ਜਿਹੜੀ ਕਿ ਉਹਦੇ ਮਨ ਦੇ ਵਿੱਚ ਹੈ, ਪਰ ਖੱਪ ਖੱਪ ਕੇ ਮਰੀ ਜਾਂਦਾ ਹੈ। ਕਿਸੇ ਵੀ ਕੋਈ ਵੀ ਤਰੀਕਾ ਉਹਦੇ ਹੱਥ ਆ ਜਾਵੇ, ਅਜਾਈ ਨਹੀਂ ਜਾਣ ਦਿੰਦਾ ਚੰਗੇ ਬਣਨ ਦਾ। ਭੋਗੀ ਇਨਸਾਨ ਭੋਗੀ ਕਿਸੇ ਵੀ ਇਸ ਤਰ੍ਹਾਂ ਦੀ ਖੁਸ਼ੀ ਨੂੰ ਇੱਕ ਵੱਡਾ ਡਰਾਮਾ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦਾ ਹੈ। ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਘਟਨਾ ਦੇ ਵਿੱਚ ਸਮਝਾਇਆ ਹੈ। ਮਾਲਕ ਭਾਗੋ, ਜਿਹੜਾ ਕਿ ਕਈ ਪਿੰਡਾਂ ਦਾ ਮਾਲਕ ਸੀ, ਧਨਾੜ ਸੀ, ਚੌਧਰੀ ਸੀ, ਜ਼ਮੀਨ, ਮਹਲ, ਰੱਥ, ਘੋੜੇ, ਕਿਸੇ ਦੀ ਵੀ ਘਾਟ ਨਹੀਂ ਸੀ। ਇਸੇ ਤਰ੍ਹਾਂ ਹੀ
ਉਹ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਚੰਗਾ ਤੇ ਵੱਡਾ ਦਰਸਾਉਣਾ ਚਾਹੁੰਦਾ ਸੀ। ਦੂਰੋਂ ਦੂਰੋਂ ਰੱਬ ਦਾ ਨਾਮ ਲੈਣ ਵਾਲੇ ਸੱਦੇ ਗਏ, ਰਿਸ਼ਤੇਦਾਰ, ਕਬੀਲਾ, ਮਿੱਤਰ, ਕੋਈ ਵੀ ਨਹੀਂ ਛੱਡਿਆ ਜਿਹਨੂੰ ਸੱਦਾ ਨਾ ਭੇਜਿਆ ਹੋਵੇ। ਵੱਡੀ ਗੈਦਰਿੰਗ ਹੋ ਗਈ, ਬਹੁਤ ਲੋਕ ਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਿਮਰਤਾ ਦੇ ਪੁੰਜ ਹੋਣ ਕਰਕੇ ਲੋਕਾਂ ਦੇ ਵਿੱਚ ਬੜਾ ਮਾਣ ਸੀ, ਬੜਾ ਸਤਿਕਾਰ ਸੀ। ਪਰ ਉਹ ਅਕਸਰ ਠਹਿਰਦੇ ਲਾਲੋ ਗਰੀਬ ਦੇ ਘਰ ਹੀ, ਉੱਥੇ ਹੀ ਰੁੱਖੀ ਸੁੱਖੀ ਖਾਂਦੇ, ਪਿਆਰ ਦੀਆਂ ਗੱਲਾਂ ਕਰਦੇ। ਲਾਲੋ ਨੂੰ ਵੀ ਖੁਸ਼ੀ ਮਿਲਦੀ ਆਪਣੇ ਰਹਿਬਰ ਨੂੰ ਮਿਲ ਕੇ, ਤੇ ਉੱਥੇ ਠਹਿਰੇ ਹੋਏ ਹਨ। ਤਾਂ ਪਤਾ ਚੱਲਦਾ ਹੈ ਕਿ ਮਲਕ ਭਾਗੋ ਦੇ ਸੁਨੇਹਾ ਦੇਣ ਆਏ ਵਿਅਕਤੀਆਂ ਨੇ ਰੋਹਬ ਦੇ ਵਿੱਚ ਆ ਕੇ ਕਿਹਾ ਕਿ ਤੁਹਾਨੂੰ ਮਲਕ ਸਾਹਿਬ ਯਾਦ ਕਰਦੇ ਹਨ। ਸੱਚੇ ਪਾਤਸ਼ਾਹ ਨੇ ਹੰਗਾਰਾ ਨਹੀਂ ਦਿੱਤਾ। ਦੂਜੀ ਵੇਰ ਆਏ, ਫਿਰ ਵੀ ਦੇਖਿਆ ਤੱਕ ਨਹੀਂ। ਜਦੋਂ ਤੀਸਰੀ ਵੇਰ ਆਏ ਤਾਂ ਲਾਲੋ ਨੇ ਬੇਨਤੀ ਕੀਤੀ, ਗਰੀਬ ਹਾਂ, ਪਿੰਡ ਦੇ ਵਿੱਚ ਰਹਿੰਦਾ ਹਾਂ, ਇਹ ਗੁੱਡੇ ਬਦਮਾਸ਼ ਲੋਕ ਹਨ, ਸ਼ਾਹੂਕਾਰ ਹਨ, ਮੇਰਾ ਇੱਥੇ ਰਹਿਣਾ ਔਖਾ ਹੋ ਜਾਵੇਗਾ। ਤੁਸੀਂ ਮੇਰੇ ਮਹਿਮਾਨ ਹੋ, ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹ, ਤੁਸੀਂ ਆਪਣੇ ਚਰਨ ਉਹਦੇ ਘਰੇ ਪਾ ਦਿਓ ਤਾਂ ਮੇਰੇ ਉੱਤੇ ਇਸ ਤਰ੍ਹਾਂ ਦਾ ਕੋਈ ਗੁੱਸਾ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਗਲਵੱਖੜੀ ਪਾ ਲਈ ਲਾਲੋ ਨੂੰ ਤੇ ਕਿਹਾ ਤੂੰ ਵੀ ਨਾਲ ਚੱਲ। ਮੈਂ ਨਹੀਂ ਜਾਣਾ ਲਾਲੋ, ਜੇ ਤੂੰ ਨਹੀਂ ਜਾਣਾ। ਖੈਰ ਚਲੇ ਗਏ, ਇਕੱਠ ਹੋਇਆ। ਅੱਜ ਤੱਕ ਪ੍ਰਚਲਿਤ ਜਿਹੜੀ ਘਟਨਾ ਹੈ ਉਹ ਇਹੀ ਹੈ ਕਿ ਇੱਕ ਹੱਥ ਦੇ ਵਿੱਚ ਬੇਹੀ ਕੋਧਰੇ ਦੀ ਰੋਟੀ ਤੇ ਦੂਜੇ ਹੱਥ ਦੇ ਵਿੱਚ ਦੇਸੀ ਘਿਓ ਦੇ ਬਣੇ ਹੋਏ ਪੂੜੇ। ਗੁਰੂ ਨਾਨਕ ਸਾਹਿਬ ਹੱਥਾਂ ਨਾਲ ਘੁੱਟਦੇ ਹਨ ਤਾਂ ਦਰਸ਼ਕਾਂ ਨੂੰ, ਲੋਕਾਂ ਨੂੰ, ਮਾਲਕ ਨੂੰ ਪੂੜਿਆਂ ਦੇ ਵਿੱਚੋਂ ਖੂਨ ਤੇ ਬਾਸੀ ਰੋਟੀ ਦੇ ਵਿੱਚੋਂ ਦੁੱਧ ਨਿਕਲਦਾ ਨਜ਼ਰ ਆਉਂਦਾ ਹੈ। ਅਸੀਂ ਇਸ ਗੱਲ ਨੂੰ ਕਰਾਮਾਤ ਦੇ ਨਾਲ ਨਹੀਂ ਜੋੜਦੇ ਤੇ ਨਾ ਹੀ ਸੱਚੇ ਪਾਤਸ਼ਾਹ ਨੇ ਕਰਾਮਾਤ ਦੀ ਸਪੋਰਟ ਕੀਤੀ ਹੈ। ਜੋ ਵੀ ਹੈ ਸਾਫ਼ ਹੈ ਕਿ ਖੂਨ ਗਰੀਬਾਂ ਦਾ ਚੂਸ ਕੇ ਰੋਟੀ ਕਮਾਉਣ ਵਾਲੇ, ਅਡੰਬਰ ਰਚਾਉਣ ਵਾਲਿਆਂ ਨੂੰ ਸ਼ਾਂਤੀ ਨਹੀਂ ਆਉਂਦੀ। ਬਾਣ ਦੇ ਮਿੱਜੇ ਉੱਤੇ ਸਵਰਗਾਂ ਦਾ ਸੁੱਖ ਪ੍ਰਾਪਤ ਕਰਨ ਵਾਲਾ ਲਾਲੋ ਹੀ ਹੈ। ਅਨੇਕ ਭੋਗ ਵਿਖਿਆ ਕੇ ਕਰੇ। ਅੱਜ ਦੇ ਯੁੱਗ ਦੇ ਵਿੱਚ ਵੀ ਭਾਗੋ ਨੇ ਜਿਹੜੇ ਬੜੇ ਜਸ਼ਨ ਕਰਦੇ ਨੇ, ਪਰ ਸ਼ਾਂਤੀ ਨਹੀਂ ਮਿਲਦੀ। ਨਾ ਤ੍ਰਿਪਤਾਵੇ ਖੱਪ ਖੱਪ ਮਰੇ, ਉਹਨਾਂ ਨੂੰ ਤ੍ਰਿਪਤ ਬੂੰਦ ਪ੍ਰਾਪਤ ਨਹੀਂ ਹੁੰਦੀ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸ਼ਾਂਤੀ, ਸੰਤੋਖ, ਉਹ ਗਰੀਬ ਕਹੀ ਚਲਾਉਣ ਵਾਲਾ, ਉਹ ਮਜ਼ਲੂਮ ਰਿਕਸ਼ਾ ਖਿੱਚਣ ਵਾਲਾ, ਉਹਨਾਂ ਨੂੰ ਪੈਂਦਿਆਂ ਹੀ ਨੀਂਦ ਆ ਜਾਂਦੀ ਹੈ। ਥਕਾਵਟ ਦੀ, ਮਿਹਨਤ ਦੀ, ਰੋਜੀ ਦੀ, ਜਿਹੜੇ ਸੰਖ ਮਰਾਂ ਉੱਤੇ ਪੈਰ ਧਰਦੇ, ਮਖਮਲਾਂ 'ਤੇ ਸੌਂਦੇ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਮੌਤ ਦੀ ਚਿੰਤਾ ਸਤਾਉਂਦੀ ਹੈ। ਲੋਭ ਦੀ ਭੱਜ ਦੌੜ ਦੇ ਵਿੱਚ ਖੱਪ ਖੱਪ ਮਰਦੇ ਹਨ। ਉਹਨਾਂ ਦੇ ਸਾਰੇ ਕੰਮ
ਅਧੂਰੇ ਅਧੂਰੇ ਰਹਿੰਦੇ ਹਨ। ਮਨ ਭਟਕਦਾ ਹੈ, ਖੱਪ ਖੱਪ ਕੇ ਹਰ ਰੋਜ਼ ਮਰਦੇ ਹਨ। ਬਿਨਾਂ ਸੰਤੋਖ ਨਹੀਂ ਕੋਈ ਰਾਜੇ, ਸਬਰ ਤੋਂ ਬਿਨਾਂ ਕੌਣ ਰੱਜਦਾ ਹੈ। ਉਹਦੇ ਰੰਗ ਤੋਂ ਬਿਨਾਂ ਕੌਣ ਰੰਗਿਆ ਜਾ ਸਕਦਾ ਹੈ। ਸੁਫਨ ਮਨੋਰਥ ਬਿਰਥੇ ਸਭ ਕਾਜੇ। ਜਿਵੇਂ ਸੁਪਨੇ ਦੇ ਵਿੱਚ ਪ੍ਰਯੋਜਨ ਆਉਂਦੇ ਹਨ ਅਤੇ ਉਹਨਾਂ ਦਾ ਅੱਖ ਖੁੱਲ੍ਹਣ ਤੋਂ ਬਾਅਦ ਕੋਈ ਲਾਭ ਨਹੀਂ ਰਹਿੰਦਾ। ਪਾਣੀ ਦੇ ਬੁਲਬੁਲੇ ਵਾਂਗੂ ਮਨ ਦੇ ਵਿੱਚੋਂ ਉਪਜਦੇ ਹਨ, ਅੱਖ ਖੁੱਲ੍ਹਦੇ ਹੀ ਟੁੱਟ ਜਾਂਦੇ ਹਨ। ਇਸ ਤਰ੍ਹਾਂ ਦੇ ਹੀ ਮਾਇਆਧਾਰੀ, ਲਾਲਚੀ, ਕਪਟੀ ਲੋਕਾਂ ਦਾ ਮਨ ਇਸੇ ਤਰ੍ਹਾਂ ਹੀ 24 ਘੰਟੇ ਨੱਚਦਾ ਹੈ, ਟੱਪਦਾ ਹੈ, ਬੋਹਰਾ ਹੋਇਆ ਹੋਇਆ। ਨਾਮ ਰੰਗ ਸਰਬ ਸੁਖ ਹੋਏ। ਪ੍ਰਭੂ ਦੀ ਭਗਤੀ, ਉਹਦਾ ਡਰ, ਉਹਦੀ ਭੈ, ਉਹਦੀ ਲੋਇਲਟੀ, ਗਰੀਬਾਂ ਦੀ ਸੇਵਾ, ਗਰੀਬਾਂ ਨੂੰ ਗਲਵੱਖੜੀ ਦੇ ਵਿੱਚ ਲੈਣਾ, ਉਹਨਾਂ ਦੇ ਚਰਨ ਛੂਹਣੇ, ਇਹ ਇੱਕ ਸੱਚੇ ਪਾਤਸ਼ਾਹ ਦਾ ਆਦੇਸ਼ ਹੈ, ਮਿਸ਼ਨ ਹੈ, ਸ਼ਾਂਤੀ ਦਾ ਸੋਮਾ ਹੈ। ਅਤੇ ਇਹੀ ਅਸਲੀ ਮਨੋਰਥ ਹੈ, ਇਹੀ ਅਸਲੀ ਰੰਗ ਹੈ ਜਿਹਦੇ ਵਿੱਚ ਸਰਬ ਸੱਚੇ ਪਾਤਸ਼ਾਹ ਨੇ ਸਰਬ ਤਮਾਮ ਸੁੱਖਾਂ ਦੀ ਵਰਣਤਾ ਕੀਤੀ ਹੈ ਕਿ ਇਹਦੇ ਵਿੱਚ ਸਾਰੇ ਸੁੱਖ ਮਿਲ ਜਾਂਦੇ ਹਨ। ਪ੍ਰਾਪਤ ਕਿਹਨਾਂ ਨੂੰ ਹੁੰਦੇ ਹਨ? ਵੱਡ ਭਾਗੀ ਕਿਸੈ ਪ੍ਰਾਪਤ ਹੋਏ। ਜਿਹੜੇ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਭਾਗ ਆਪਣੇ ਆਪ ਉਕਰੇ ਹਨ ਸੇਵਾ ਰਾਹੀਂ, ਨਿਮਰਤਾ ਦੇ ਰਾਹੀਂ, ਝੁਕ ਜਾਣ ਦੇ ਰਾਹੀਂ, ਪਿਆਰ ਨਾਲ, ਗੁਰੂ ਦੇ ਸਤਿਕਾਰ ਨਾਲ ਉਹਨਾਂ ਨੂੰ ਵੱਡੇ ਭਾਗ ਮਿਲੇ ਹਨ ਅਤੇ ਇਲਾਹੀ ਖੁਸ਼ੀ ਦੀ ਪ੍ਰਾਪਤੀ ਹੋਈ ਹੈ। ਕਰਨ ਕਰਾਵਣ ਆਪੇ ਆਪ, ਉਹੀ ਨਿਮਰਤਾ ਬਖਸ਼ਦਾ ਹੈ, ਉਹੀ ਹੰਕਾਰ ਕਰਵਾਉਂਦਾ ਹੈ, ਉਹੀ ਲਾਲੋ ਹੈ, ਉਹੀ ਭਾਗੋ ਹੈ। ਇਹ ਸਮਝਾਉਣ ਦੇ ਲਈ ਲਾਲੋ ਦਾ ਹੰਕਾਰ ਨੀਵਾਂ ਹੈ। ਸਾਨੂੰ ਸੱਚੇ ਪਾਤਸ਼ਾਹ ਸਿੱਧੇ ਰਸਤੇ ਪਾਉਣ ਲਈ ਲਾਲੋ ਦਾ ਜਿਹੜਾ ਸਤਿਕਾਰ ਹੈ ਬਹੁਤ ਉੱਚਾ ਹੈ। ਇਹ ਸਮਝਾ ਰਹੇ ਹਨ ਕਿ ਦੋਨੇ ਪਾਸੇ ਬੇਸ਼ੱਕ ਪ੍ਰਭੂ ਹੀ ਹੈ, ਪਰ ਭਾਗ ਉਹਨੂੰ ਮਿਲਦੇ ਹਨ ਜਿਹੜਾ ਨੀਵਾਂ। ਸਬਰ ਉਹਨੂੰ ਮਿਲਦਾ ਹੈ ਜਿਹੜਾ ਸੇਵਕ ਹੈ। ਸਦਾ ਸਦਾ ਨਾਨਕ ਹਰ ਜਾਪ, ਮਸ਼ੱਕਤ, ਮਿਹਨਤ, ਭਗਤੀ ਆਪਣੇ ਵੱਲੋਂ ਕਰਦਾ ਰਹੇ, ਪਰ ਆਪਣੀ ਸ਼ੇਖੀ ਤੋਂ ਬਿਨਾਂ। ਦੱਸਣ ਦੇ ਲਈ ਨਹੀਂ ਕਿ ਤੂੰ ਹੁਣ ਬਹੁਤ ਵੱਡਾ ਭਗਤ ਬਣ ਗਿਆ, ਤੂੰ ਵੱਡਾ ਸੇਵਕ ਬਣ ਗਿਆ, ਤੂੰ ਗੁਣੀ ਗਿਆਨੀ ਹੋ ਗਿਆ, ਤੂੰ ਹਰ ਰੋਜ਼ ਇੰਨੇ ਪਾਠ ਕਰਦਾ ਹੈ, ਇੰਨੀਆਂ ਆਰਤੀਆਂ ਨੂੰ ਜਾਣਦਾ ਹੈ, ਇੰਨਾ ਪੜ੍ਹਦਾ ਹੈ। ਕਾਹਦਾ ਮਨੋਰਥ ਹੈ ਤੇਰਾ ਦੂਸਰੇ ਨੂੰ ਦੱਸਣ ਦਾ? ਜਿਹਨੂੰ ਪਤਾ ਹੈ, ਜਿਹਦੇ ਲਈ ਤੂੰ ਕਰਦਾ ਹੈ, ਉਹ ਘੱਟ ਘੱਟ ਦੀ ਜਾਣਦਾ ਹੈ। ਉਹ ਕਰਨ ਕਰਾਵਣ ਹਾਰ ਹੈ, ਉਹ ਸਾਰਾ ਕੁਝ ਆਪੇ ਹੀ ਕਰਦਾ ਹੈ। ਜਿਹੜਾ ਤੈਨੂੰ ਉਹਨੇ ਮਾਣ ਬਖਸ਼ਿਆ, ਉਹਦੀ ਭਗਤੀ ਕਰਨ ਦਾ ਉਹਨੇ ਤੇਰੇ ਉੱਤੇ ਮਿਹਰ ਕੀਤੀ ਹੈ, ਤੇਰੇ ਉੱਤੇ ਡੁੱਲਿਆ ਹੈ, ਤੂੰ ਸਿਰ ਝੁਕਾ ਕੇ
ਇਹਨੂੰ ਆਪਣੇ ਤੱਕ ਰੱਖ ਤੇ ਉਹਦਾ ਸ਼ੁਕਰਾਨਾ ਕਰੀ ਜਾ। ਕੀ ਲਾਭ ਹੈ ਸ਼ੇਖੀ ਮਾਰਨ ਦਾ, ਦੂਜਿਆਂ ਨੂੰ ਦੱਸਣ ਦਾ ਕਿ ਤੁਸੀਂ ਕੁਝ ਵੀ ਨਹੀਂ ਕਰਦੇ। ਮੈਂ ਕਿੱਡਾ ਵੱਡਾ ਰੱਬ ਦਾ ਉਪਾਸ਼ਕ ਹਾਂ, ਮੈਂ ਕਿੱਡਾ ਵੱਡਾ ਮਤਵਾਲਾ ਹਾਂ। ਭਲਿਆ ਕੀ ਲਾਭ ਹੈ? ਤੱਕੜੀ 13 ਦੀ ਤੈਨੂੰ ਤੋਲ ਲਵੇਗੀ ਤੇ ਤੈਨੂੰ ਤੇਰਾ ਬਣਦਾ ਸਤਿਕਾਰ ਮਿਲ ਜਾਵੇਗਾ। ਸ਼ੇਖੀ ਦਾ ਕੀ ਲਾਭ ਹੈ? ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਛਿਨ ਛਿਨ ਪਲ ਪਲ ਉਹਨੂੰ ਪਿਆਰੇ ਧਿਆਨ ਹੈ। ਉਹ ਉਡੀਕ ਰਿਹਾ ਤੈਨੂੰ ਆਪਣੀਆਂ ਬਾਹਾਂ ਦੇ ਵਿੱਚ ਘੁੱਟਣ ਦੇ ਲਈ। ਉਤਾਵਲ ਹੈ ਕਿ ਮੇਰਾ ਭੁੱਲਿਆ ਸਿੱਖ, ਮੇਰਾ ਭੁੱਲਿਆ ਜਨ, ਮੇਰਾ ਭੁੱਲਿਆ ਸੇਵਕ ਮੇਰੇ ਵੱਲ ਆ ਰਿਹਾ ਹੈ। ਗੁਰੂ ਪਿਆਰਿਓ, ਆਪਾਂ ਇੱਕ ਵਾਰੀ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ। Earning 1,000, man runs after a lake. Satisfaction he attains not in his pursuit of wealth. We see in our everyday life, nobody wants to look behind. The person always look high, head off the face, who's making more and try to copy. Always more and more and more. Sache Pasha doing grace on us. It does not matter who makes what. It is a satisfaction which is not coming running fast after money. It only comes with patience, with the stop, with God's name. Maya, Mammon, is always attract the people to make them crazy, more crazy, and to the position where they lose all the wisdom. ਅਨੇਕ ਭੋਗ ਵਿਖਿਆ ਕੇ ਕਰੇ, ਨੈ ਤਿਰਪਤਾਵੇ ਖਪ ਖਪ ਮਰੇ. Man indulges in the enjoyment of many evil passions, but he is not satisfied and kills himself by hankering after them. We see every day big gathering, big parties, big lectures, just to show how big the person is. The measurement of person's wealth is the flattering of that person. Poor people are feeling more bad when next door neighbors show them the richness, always boosting energy. Those poor people swallow their pain and sufferings. This crazy human is showing the wealth, but he don't know that this is a poison. These are the poison incidents he is making. And he dies every second with those. God don't like that somebody boost always on his materialism. बिना संतोख नहीं को राजे, सुफन मनोरथ बिरते सब काजै.
Without contentment, no one is satisfied. Like the objects of a dream, all his works are in vain. Naam rang sarv sukh hoye. Through the love of God, there is all the peace is obtained. Not by false happiness. Mind is running. What you can show, Mr. Human Being? The people you are showing all are like you. You are showing them today, tomorrow they will show you. You are showing them lakhs, they will show you crores. What is the end? No end of this race. It is suffering, suffering and painful. Bad naam rang sarv sukh hoye. Bad bhagi kise prapt hoye. Through the love of God's name, all peace is gained. By great good fortune, only few obtain the name. Karn Karavan Ape Aap. The Lord Himself is the cause of causes. Forever and ever, O Nanak, repeat God's name. Karn Karavan Ape Aap. Sada Sada Nanak Har Jaap. He is the doer. He can make you egoful and He can give you the grace where you can get the peace, where you can get the satisfaction. But this is all because God is giving mercy to you. ਗੁਰੂ ਪਿਆਰਿਓ, ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੇਚੈਨੀ ਹੈ, ਕਿਉਂਕਿ ਇਨਸਾਨ ਨੇ ਆਪਣੇ ਦਿਮਾਗ ਨੂੰ ਜ਼ਿਆਦਾ ਵਰਤਿਆ। ਵਰਤ ਕੇ ਉਹਨੇ ਆਪਣੇ ਮਨ ਨੂੰ ਬਿਲਕੁਲ ਨਾ ਪੁੱਛਣੇ ਵਾਲੀ ਗੱਲ ਕਰ ਦਿੱਤੀ, ਇਗਨੋਰ ਕਰਤਾ ਉਹਨੂੰ। ਤਿੰਨ ਜਿਹੜੇ ਔਰਗਨ ਹੈ ਸਾਡੀ ਬੋਡੀ ਦੇ ਬਹੁਤ ਜ਼ਰੂਰੀ ਔਰਗਨ ਹੈ ਅਤੇ ਮਹਾਨ ਨੇ, ਮਨ, ਦਿਮਾਗ ਅਤੇ ਜੀਭ। ਜੀਭ ਲਾਲਚਣ ਹੈ। ਸਾਡੇ ਸਰੀਰ ਦਾ ਅੰਗ ਢਿੱਡ ਹੈ, ਜਿਹੜਾ ਸਭ ਤੋਂ ਸਿੱਧਾ ਸਾਦਾ, ਜਿਹਨੂੰ ਕਿਸੇ ਵੀ ਚਲਾਕੀ ਦਾ ਨਹੀਂ ਪਤਾ। ਜਿਹੜੀ ਜ਼ੁਬਾਨ ਹੈ ਉਹ ਆਪਣੇ ਟੇਸਟ ਦੇ ਲਈ, ਆਪਣੇ ਸਵਾਦ ਦੇ ਲਈ ਇਹਨੂੰ ਭੋਲੇ ਭਾਲੇ ਢਿੱਡ ਨੂੰ ਭਰੀ ਜਾਂਦੀ ਹੈ। ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਜਿੰਨੀ ਉਹਦੀ ਸਮਰੱਥਾ ਉਦੋਂ ਦੁੱਗਣਾ ਫੂਡ ਉਹਦੇ ਵਿੱਚ ਤੁੰਨ ਦਿੰਦੀ ਹੈ ਅਤੇ ਆਪ ਤਾਂ ਸਵਾਦ ਲੈ ਲੈਂਦੀ ਹੈ ਟੇਸਟ ਦਾ, ਪਰ ਉਹ ਗਰੀਬ ਕਈ ਘੰਟਿਆਂ ਤੱਕ ਦੁਖੀ ਰਹਿੰਦਾ ਹੈ। ਇਸੇ ਤਰ੍ਹਾਂ ਦੂਜੇ ਨੰਬਰ ਉੱਤੇ ਦਿਮਾਗ ਹੈ, ਜਿਹਨੂੰ ਅਸੀਂ ਬ੍ਰੇਨ ਕਹਿੰਦੇ ਹਾਂ। ਬਹੁਤ ਹੀ ਜ਼ਰੂਰੀ ਅੰਗ ਹੈ ਸਰੀਰ ਦਾ, ਜਿਹੜਾ ਹਮੇਸ਼ਾ ਹੀ ਸੋਚ ਕੇ ਦੱਸਦਾ ਕਿਹੜੀ ਚੀਜ਼ ਤੇਰੇ ਫਾਇਦੇ ਲਈ ਹੈ, ਕਿਹੜੇ ਨੁਕਸਾਨ ਲਈ ਹੈ। ਜਿਵੇਂ ਇੱਕ ਮਾਰਚੈਂਟ, ਆਪਾਂ ਜਾਤ ਦੇ ਹਿਸਾਬ ਦੇ ਲਈ ਬਾਣੀਆਂ ਨਹੀਂ ਕਹਿੰਦੇ, ਪਰ ਜਿਹੜਾ ਅਕਾਊਂਟੈਂਟ ਹੈ ਉਹਦੀ ਤਰ੍ਹਾਂ ਕੰਮ ਕਰਦਾ ਹੈ। ਜ਼ਿੰਦਗੀ ਪ੍ਰੋਫਿਟ ਐਂਡ ਲੋਸ ਦੀ ਖੇਡ ਨਹੀਂ ਹੈ, ਅਤੇ ਨਾ ਹੀ ਜੀਭ ਦੀ ਤਰ੍ਹਾਂ ਸਵਾਦ ਮਾਣਨ ਦੇ ਲਈ ਇੱਕ ਬਣੀ ਹੋਈ ਕਿਰਿਆ ਹੈ। ਜਿਹੜਾ ਵਿਸ਼ੇਸ਼ ਅੰਗ ਹੈ ਉਹ ਮਨ ਹੈ, ਮਾਈਂਡ ਜਿਹਨੂੰ ਕਹਿੰਦੇ ਆ।
ਜਿਹੜਾ ਸਿਰਫ ਤੇ ਸਿਰਫ ਪਿਆਰ ਹੀ ਕਰਨ ਜਾਣਦਾ ਹੈ। ਓਸ਼ਨ ਆਫ ਲਵ ਇਨ ਬੋਡੀ। ਤੇ ਉਹ ਕਿੱਥੇ ਹੈ, ਉਹਦੀ ਲੋਕੇਸ਼ਨ ਕੀ ਹੈ, ਇਹਦੇ ਵੱਖਰੇ ਵੱਖਰੀਆਂ ਰਾਵਾਂ ਹਨ। ਹਰ ਕਿਸੇ ਨੂੰ ਪਤਾ ਹੈ ਕਿ ਦਿਮਾਗ ਸਿਰ ਦੇ ਵਿੱਚ ਹੈ। ਇਹ ਵੀ ਭਲੀ ਭਾਂਤ ਜਾਣੂ ਹਨ ਕਿ ਜੀਭ ਮੂੰਹ ਦੇ ਵਿੱਚ ਹੈ। ਢਿੱਡ ਹਰ ਕਿਸੇ ਦਾ ਨਜ਼ਰ ਆਉਂਦਾ ਹੈ। ਪਰ ਵੇਅਰ ਇਜ਼ ਦਾ ਮਾਈਂਡ, ਵੇਅਰ ਇਜ਼ ਦਾ ਸੋਲ, ਵੇਅਰ ਇਜ਼ ਦਾ ਆਤਮਾ, ਵੇਅਰ ਇਜ਼ ਦਾ ਗॉड। ਇਹ ਇੱਕ ਅਜੀਬ ਮਿਸਟਰੀ ਹੈ ਕਿ ਆਤਮਾ ਕਿੱਥੇ ਰਹਿੰਦੀ ਹੈ, ਮਨ ਕਿੱਥੇ ਹੈ, ਪਰਮਾਤਮਾ ਕਿੱਥੇ ਹੈ। ਇਹਦੇ ਨਾਲ ਫੁੱਲ ਵਰਸਦੇ ਹਨ, ਕਲੀਆਂ ਖਿੜਦੀਆਂ ਹਨ, ਆਨੰਦ ਆਉਂਦਾ ਹੈ, ਮੁਕਤੀ ਪ੍ਰਾਪਤ ਹੁੰਦੀ ਹੈ, ਜੀਵਨ ਦੀ ਸੱਚਾਈ ਮੂਹਰੇ ਆਉਂਦੀ ਹੈ। ਪਰ ਇਹ ਦਿਮਾਗ ਨਾਲ ਕੋਈ ਲੱਭ ਨਹੀਂ ਸਕਦਾ। ਦੁਨੀਆ ਦਾ ਵਿਗਿਆਨ ਛੋਟੇ ਮਾਸੂਮ ਦੀ ਹਾਸੀ ਦਾ ਮੁੱਲ ਤੇ ਰਾਜ ਨਹੀਂ ਲੱਭ ਸਕਦਾ। ਭਲੀ ਭਾਂਤ ਦੱਸ ਦਿੱਤਾ ਜਾਵੇਗਾ ਡਾਕਟਰ ਸਾਹਿਬਾਨ ਵੱਲੋਂ, ਵਿਗਿਆਨੀਆਂ ਵੱਲੋਂ, ਕਿ ਇਸ ਮਾਸੂਮ ਬੱਚੇ ਦੇ ਵਿੱਚ ਕਿੰਨਾ ਆਇਰਨ ਹੈ, ਕਿੰਨੀਆਂ ਧਾਤਾਂ ਹਨ, ਕਿੰਨਾ ਮੈਗਨੀਸ਼ੀਅਮ ਹੈ, ਕਿੰਨੇ ਵਿਟਾਮਿਨ ਹਨ। ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਇਹ ਮੁਸਕਾਨ ਕਿੱਥੋਂ ਆਉਂਦੀ ਹੈ, ਇਹ ਕਿਉਂ ਹੱਸਦਾ ਹੈ। ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੱਜ ਦੇ ਜ਼ਮਾਨੇ ਦੇ ਵਿੱਚ ਇਨਸਾਨ ਹੈ ਜਿਹੜਾ, ਉਹ ਗੁਲਾਮ ਬਣ ਗਿਆ ਆਪਣੇ ਦਿਮਾਗ ਦਾ, ਅਕਾਊਂਟੈਂਟ ਬਣ ਕੇ ਰਹਿ ਗਿਆ। ਇਸ ਅਸ਼ਟਪਦੀ ਦੇ ਵਿੱਚ, ਪੰਜਵੇਂ ਪਦ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਹੀ ਸਮਝਾ ਰਹੇ ਹਨ ਕਿ ਇਨਸਾਨ, ਤੂੰ ਕਾਊਂਟ ਕਰਦਾ ਕਰਦਾ ਥੱਕ ਜਾਵੇਗਾ, ਤੇਰੇ ਅਕਾਊਂਟੈਂਟ ਵੀ ਥੱਕ ਜਾਣਗੇ, ਪਰ ਉਸ ਗਿਣਤੀ ਦੇ ਵਿੱਚੋਂ ਤੈਨੂੰ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ। ਤੂੰ ਭੌਂਦਾ ਫਿਰਦਾ ਰਹੇਗਾ, ਤੈਨੂੰ ਸ਼ਾਂਤੀ ਕੁਝ ਕੁ ਪੈਸੇ ਕਮਾਉਣ ਵਾਲੇ ਮਜ਼ਦੂਰ ਦੀ ਤਰ੍ਹਾਂ ਨਹੀਂ ਮਿਲੇਗੀ, ਵਾਂਝਾ ਰਹਿ ਜਾਵੇਗਾ। ਤੂੰ ਇਹ ਜਿਹੜੇ ਸੁਆਗ ਰਚਾਉਂਦਾ, ਵੱਡੀਆਂ ਪਾਰਟੀਆਂ, ਵੱਡੇ ਸਮਾਗਮ, ਵੱਡੇ ਲੋਕ ਸੱਦ ਕੇ ਵੱਡੀਆਂ ਤਕਰੀਰਾਂ ਕਰਵਾਉਣਾ, ਤੂੰ ਸਮਝਦਾ ਇਹਦੇ ਵਿੱਚ ਤੇਰੇ ਮਨ ਦੀ ਸ਼ਾਂਤੀ ਛੁਪੀ ਹੋਈ ਹੈ, ਜਾਂ ਹਰ ਰਾਤ ਤੈਨੂੰ ਹੋਰ ਭਟਕਣਾ ਦੇ ਜਾਂਦੀ ਹੈ। ਜੇ ਤੂੰ ਹਰ ਰੋਜ਼ ਖੱਪ ਕੇ ਮਰਦਾ ਹੀ ਹੈ, ਤ੍ਰਿਪਤ ਬੂੰਦ ਤੈਨੂੰ ਪ੍ਰਾਪਤ ਨਹੀਂ ਹੋਣੀ, ਤੂੰ ਕਿਉਂ ਨਹੀਂ ਪਿੱਛੇ ਮੁੜਦਾ। ਗੁਰੂ ਸਾਹਿਬਾਨ ਤੈਨੂੰ ਸਮਝਾ ਰਹੇ ਹਨ, ਪੰਜਵੇਂ ਪਾਤਸ਼ਾਹ ਤੇਰੇ ਤੇ ਮਿਹਰ ਕਰ ਰਹੇ ਹਨ, ਤੈਨੂੰ ਸੱਚਾ ਮਾਰਗ ਸਮਝਾ ਕੇ ਤੈਨੂੰ ਵਾਪਸ ਮੁੜਨ ਦੀ ਨਸੀਹਤ ਦੇ ਰਹੇ ਹਨ ਕਿ ਬਿਨਾਂ ਸਬਰ ਤੋਂ ਕੋਈ ਆਪਣਾ ਢਿੱਡ ਨਹੀਂ ਭਰ ਸਕਦਾ, ਭੁੱਖਾ ਹੀ ਰਹੇਗਾ, ਕੋਈ ਰੱਜਦਾ ਨਹੀਂ ਹੈ। ਆ ਜਿਹੜੀਆਂ ਤੇਰੀਆਂ ਸੁਆਗ ਘਟਨਾਵਾਂ ਹਨ, ਇੱਕ ਸੁਪਨੇ ਦੀ ਤਰ੍ਹਾਂ ਹਨ। ਜਿਸ ਤਰ੍ਹਾਂ ਸੁਪਨਾ ਆਉਂਦਾ ਹੈ, ਜਾਗਦਿਆਂ ਹੀ ਮੁੱਕ ਜਾਂਦਾ ਹੈ, ਇਸੇ ਤਰ੍ਹਾਂ ਕਿੰਨੀਆਂ ਘਟਨਾਵਾਂ ਤੂੰ ਕਰਦਾ ਆਪਣੀ ਬੱਲੇ ਕਰਵਾਉਣ ਦੇ ਲਈ, ਪਰ ਥੱਲੇ ਨੂੰ ਜਾਂਦਾ ਹੈ। ਪ੍ਰਭੂ ਦਾ ਰੰਗ ਲੱਭ ਲੈ ਪਿਆਰਿਆ,
ਮਜੀਠਾ ਰੰਗ, ਜਿਹੜਾ ਸਾਰੇ ਸੁਰਗਾਂ ਤੋਂ ਸੋਹਣਾ ਹੈ, ਸਾਰੇ ਸੁੱਖ ਉਹਦੇ ਵਿੱਚ ਪ੍ਰਾਪਤ ਹਨ। ਆਪਣੀ ਕਿਸਮਤ ਬਦਲਦੇ ਉਹਦੇ ਨਾਮ ਨਾਲ, ਉਹਦੀ ਆਰਾਧਨਾ ਦੇ ਨਾਲ, ਗਰੀਬੀ ਨਾਲ, ਉਹਦਾ ਨਾਂ ਲੈ ਕੇ ਗੁਰਪ੍ਰਸਾਦ ਪ੍ਰਾਪਤ ਕਰ ਲੈ, ਉਹਦੀ ਅਸ਼ੀਰਵਾਦ ਪ੍ਰਾਪਤ ਕਰ ਲੈ, ਜਿਹੜੀ ਬਿਰਲੇ ਬਿਰਲੇ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਸਾਰੇ ਪਾਸੇ ਉਹ ਆਪ ਹੀ ਹੈ, ਕਰਨ ਕਰਾਵਣ ਹਾਰ ਹੈ। ਉਹਦੀ ਕਿਰਪਾ ਦੇ ਨਾਲ ਆਲਵੇਜ਼ ਉਹਦਾ ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ, ਤਰ ਜਾਵੇਗਾ। ਇਹ ਜਿਹੜਾ ਮਾਇਆ ਦਾ ਮੇਲਾ ਲੱਗਿਆ ਹੋਇਆ, ਸਾਰੇ ਨੱਚ ਰਹੇ ਆ, ਤੂੰ ਵੀ, ਸਾਰੇ ਟੱਪ ਰਹੇ ਆ, ਤੂੰ ਵੀ ਛਲਾਂਗਾ ਲਾ ਰਿਹਾ। ਇਹਦੇ ਵਿੱਚ ਪਿਆਰਿਆ ਸ਼ਾਂਤੀ ਨਹੀਂ ਹੈ, ਭਟਕਣਾ, ਹੋਰ ਭਟਕਣਾ। ਜਿਵੇਂ ਤੂੰ ਬੰਨ੍ਹਿਆ ਗਿਆ ਹੋਵੇ ਦੁੱਖਾਂ ਦੇ ਵਿੱਚ, ਜਿਨ੍ਹਾਂ ਨੂੰ ਤੂੰ ਸੁੱਖ ਕਹਿੰਦਾ, ਇਹ ਵੀ ਦੁੱਖ ਹੀ ਹਨ। ਇਲਾਹੀ ਨਾਦ ਤਾਂ ਕਦੇ ਸੁਣਿਆ ਨਹੀਂ, ਉਹੀ ਇਲਾਹੀ ਨਾਦ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੈਨੂੰ ਬਖਸ਼ਿਆ ਬਾਣੀ ਦੇ ਰੂਪ ਦੇ ਵਿੱਚ, ਇੱਕ ਓਂਕਾਰ ਸਤਿਨਾਮ ਦੇ ਰੂਪ ਦੇ ਵਿੱਚ। ਆਪਣੀਆਂ ਅੱਖਾਂ ਬੰਦ ਕਰਕੇ ਉਸ ਨਾਦ ਨੂੰ ਸੁਣ ਆਪਣਿਆਂ ਕੰਨਾਂ ਦੇ ਨਾਲ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਗੁਰੂ ਪਿਆਰਿਓ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।